ਦਿਓ ਅੱਖਾਂ ਨੂੰ ਆਰਾਮ ਤੇ ਕੰਨਾਂ ਨੂੰ ਸਕੂਨ। ਵਿਰਾਸਤ ਤੇ ਤੁਸੀਂ ਸੁਣ ਰਹੇ ਹੋ ਅੰਬੇਦਕਰ ਅਤੇ ਹਿੰਦੂਤਵ ਰਾਜਨੀਤੀ, ਜਿਸ ਨੂੰ ਲਿਖਿਆ ਹੈ ਰਾਮ ਪੁਨਿਆਨੀ ਨੇ, ਤੇ ਇਸ ਪੁਸਤਕ ਦਾ ਪੰਜਾਬੀ ਚ ਅਨੁਵਾਦ ਕੀਤਾ ਹੈ KS ਆਜ਼ਾਦ ਨੇ। ਇਸ ਪੁਸਤਕ ਦੇ 59 ਸਫ਼ੇ, 8 ਭਾਗ ਅਤੇ ਸਮਾਂ ਲਗਭਗ 2 ਘੰਟੇ ਹੈ। ਭਾਗ 5, ਨੰਬਰ 1, ਜਾਤੀਗਤ ਜ਼ੁਲਮ ਅਤੇ ਧਰਮ। ਭਾਰਤੀ ਸਮਾਜ ਦੇ ਵਿੱਚ ਜਾਤ ਹਮੇਸ਼ਾ ਇੱਕ ਮਹੱਤਵਪੂਰਨ ਕਾਰਕ ਰਹੀ ਹੈ। ਅਤੀਤ ਤੋਂ ਲੈ ਕੇ ਵਰਤਮਾਨ ਤੱਕ ਰਾਜਨੀਤੀ 'ਚ ਜਾਤ ਦੀ ਭੂਮਿਕਾ ਹਮੇਸ਼ਾ ਹੀ ਰਹੀ ਹੈ। ਜਾਤ-ਪਾਤ ਦੇ ਉਭਾਰ ਅਤੇ ਪ੍ਰਚਲਨ ਬਾਰੇ ਕਈ ਤਰ੍ਹਾਂ ਦੇ ਦਾਅਵੇ ਅਤੇ ਵਿਆਖਿਆਵਾਂ ਵੀ ਕੀਤੀਆਂ ਗਈਆਂ ਨੇ। ਅੰਬੇਦਕਰ ਦਾ ਮੰਨਣਾ ਸੀ ਕਿ ਜਾਤ ਦੀਆਂ ਜੜ੍ਹਾਂ ਹਿੰਦੂ ਪਵਿੱਤਰ ਗ੍ਰੰਥਾਂ 'ਚ ਨੇ, ਪਰ ਹਿੰਦੂਤਵ ਵਿਚਾਰਧਾਰਾ ਦੇ ਪੈਰੋਕਾਰ ਕਹਿੰਦੇ ਨੇ ਕਿ ਹਿੰਦੂ ਸਮਾਜ ਵਿੱਚ ਸਾਰੀਆਂ ਜਾਤਾਂ ਬਰਾਬਰ ਨੇ। ਮੁਸਲਮਾਨ ਹਮਲਾਵਰ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਨੇ, ਅਤੇ ਜਿਹੜੇ ਲੋਕ ਧਰਮ ਪਰਿਵਰਤਨ ਲਈ ਤਿਆਰ ਨਹੀਂ ਸਨ, ਦੂਰ ਦੁਰਾਡੇ ਦੇ ਸਥਾਨਾਂ ਨੂੰ ਭੱਜ ਗਏ ਤੇ ਇੱਥੋਂ ਹੀ ਜਾਤੀ ਅਸਮਾਨਤਾ ਸ਼ੁਰੂ ਹੋਈ। ਇਹ ਵਿਆਖਿਆ ਘਟਨਾਵਾਂ ਦੀ ਸਹੀ ਵਿਆਖਿਆ ਨਹੀਂ ਹੈ ਤੇ ਉੱਚ ਜਾਤੀਆਂ ਦੀ ਸੋਚ ਨੂੰ ਦਰਸਾਉਂਦੀ ਹੈ। ਉਹਨਾਂ ਲੋਕਾਂ ਦੇ ਦਾਅਵਿਆਂ ਦਾ ਖੰਡਨ ਕਰਨ ਲਈ ਜੋ ਕਹਿੰਦੇ ਨੇ ਕਿ ਮੁਸਲਮਾਨ ਹਮਲਾਵਰਾਂ ਦੁਆਰਾ ਧਰਮ ਪਰਿਵਰਤਨ ਲਈ ਜ਼ਬਰਦਸਤੀ ਦੀਆਂ ਕੋਸ਼ਿਸ਼ਾਂ ਨੇ ਜਾਤ ਪ੍ਰਣਾਲੀ ਦਾ ਜਨਮ ਲਿਆ। ਦੂਜੀ ਸਦੀ ਈਸਵੀ 'ਚ ਰਚੀ ਗਈ ਮਨੂ ਸਮ੍ਰਿਤੀ ਜਾਤੀ ਦੇ ਦਰਜੇਬੰਦੀ ਦਾ ਵਿਸਥਾਰ 'ਚ ਵਰਣਨ ਕਰਦੀ ਹੈ। ਜਦੋਂ ਮਨੂ ਸਮ੍ਰਿਤੀ ਲਿਖੀ ਗਈ ਤਾਂ ਉਦੋਂ ਇਸਲਾਮ ਦੁਨੀਆ 'ਚ ਨਹੀਂ ਸੀ ਤੇ ਨਾ ਹੀ ਮੁਸਲਮਾਨ ਵਪਾਰੀ ਭਾਰਤ ਦੇ ਮਾਲਾਬਾਰ ਤੱਟ ਤੱਕ ਪਹੁੰਚੇ ਸਨ। ਉਦੋਂ ਮੁਸਲਮਾਨ ਸ਼ਾਸਕਾਂ ਦੇ ਹਮਲੇ ਸਦੀਆਂ ਦੂਰ ਸਨ। ਇਸ ਬੇਬੁਨਿਆਦੀ ਵਿਆਖਿਆ ਦੇ ਉਲਟ ਸਵਾਮੀ ਵਿਵੇਕਾਨੰਦ ਸਾਨੂੰ ਦੱਸਦੇ ਨੇ ਕਿ ਦਲਿਤਾਂ ਇਸਲਾਮ 'ਚ ਧਰਮ ਪਰਿਵਰਤਨ ਮੁੱਖ ਤੌਰ ਤੇ ਜਾਤੀ ਦੇ ਜ਼ੁਲਮ ਕਾਰਨ ਹੀ ਹੋਇਆ ਸੀ। ਭਾਰਤ ਦੇ ਅਰਧ-ਆਧੁਨਿਕੀਕਰਨ ਦੀ ਪ੍ਰਕਿਰਿਆ ਬਸਤੀਵਾਦੀ ਕਾਲ ਦੌਰਾਨ ਸ਼ੁਰੂ ਹੋਈ, ਪਰ ਜਾਤ-ਪਾਤ ਇਸ ਤੋਂ ਬਾਅਦ ਵੀ ਜਾਰੀ ਰਹੀ। ਅੱਜ ਆਜ਼ਾਦੀ ਦੇ 70 ਸਾਲ ਬਾਅਦ ਅਤੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਵਾਲੇ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੇ 67 ਸਾਲ ਬਾਅਦ ਵੀ ਜਾਤ-ਪਾਤ ਉਸੇ ਤਰ੍ਹਾਂ ਜੀਵਿਤ ਹੈ। ਗੋਰਖਨਾਥ ਮੱਠ ਦੇ ਯੋਗੀ ਆਦਿੱਤਿਆਨਾਥ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਇੱਕ ਵਾਰ ਫਿਰ ਸਾਬਿਤ ਹੋ ਗਿਆ ਕਿ ਸਾਡੇ ਸਮਾਜ ਵਿੱਚ ਜਾਤ-ਪਾਤ ਅੱਜ ਵੀ ਉਨੀ ਹੀ ਮਜ਼ਬੂਤ ਹੈ ਜਿੰਨੀ ਪਹਿਲਾਂ ਸੀ। ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਦਲਿਤਾਂ ਤੇ ਅਤਿਆਚਾਰ ਦੀਆਂ ਘਟਨਾਵਾਂ 'ਚ ਭਾਰੀ ਵਾਧਾ ਹੋਇਆ। ਸਹਾਰਨਪੁਰ 'ਚ ਹੋਈ ਹਿੰਸਾ ਇਸ ਦੀ ਇੱਕ ਉਦਾਹਰਣ ਹੈ। ਕੁਝ ਰਿਪੋਰਟਾਂ ਦੇ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਪਿੰਡਾਂ ਦੇ 108 ਦਲਿਤ ਪਰਿਵਾਰਾਂ ਨੇ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਲਿਤਾਂ ਤੇ ਅਤਿਆਚਾਰ ਦੀਆਂ ਘਟਨਾਵਾਂ ਦੇ ਵਧਣ ਦੇ ਵਿਰੋਧ 'ਚ ਬੁੱਧ ਧਰਮ ਅਪਣਾ ਲਿਆ। ਸਹਾਰਨਪੁਰ ਦੇ ਕੁਝ ਪਿੰਡਾਂ 'ਚ ਠਾਕੁਰਾਂ ਅਤੇ ਦਲਿਤਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਠਾਕੁਰਾਂ ਨੇ ਅੰਬੇਦਕਰ ਦਾ ਬੁੱਤ ਨਹੀਂ ਲੱਗਣ ਦਿੱਤਾ ਤੇ ਦਲਿਤਾਂ ਨੇ ਰਾਜਪੂਤ ਸ਼ਾਸਕ ਰਾਣਾ ਪ੍ਰਤਾਪ ਦੀ ਜਨਮ ਦਿਨ ਮਨਾਉਣ ਲਈ ਜਲੂਸ ਨਹੀਂ ਕੱਢਣ ਦਿੱਤਾ, ਕਿਉਂਕਿ ਇਸ ਦੀ ਵਿਧੀ ਪੂਰਵਕ ਇਜਾਜ਼ਤ ਨਹੀਂ ਲਈ ਗਈ ਸੀ। ਦਲਿਤਾਂ ਦਾ ਕਹਿਣਾ ਹੈ ਕਿ ਆਦਿੱਤਿਆਨਾਥ ਦੀ ਸਰਕਾਰ ਸਿਰਫ ਠਾਕੁਰਾਂ ਦੀ ਸਰਕਾਰ ਹੈ। ਸਹਾਰਨਪੁਰ ਨੇੜੇ ਮੁਰਾਦਾਬਾਦ ਵਿੱਚ 50 ਦੇ ਕਰੀਬ ਦਲਿਤ ਪਰਿਵਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਦਿੱਤਿਆਨਾਥ ਭਗਵਾਂ ਬ੍ਰਿਗੇਡ ਵੱਲੋਂ ਦਲਿਤਾਂ ਤੇ ਹੋ ਰਹੇ ਹਮਲੇ ਨਹੀਂ ਰੋਕਦੇ ਤਾਂ ਉਹ ਹਿੰਦੂ ਧਰਮ ਨੂੰ ਤਿਆਗ ਦੇਣਗੇ। ਇਸ ਸੰਬੰਧੀ ਖਬਰ 22 ਮਈ 2017 ਦੇ ਟਾਈਮਜ਼ ਆਫ ਇੰਡੀਆ ਦੇ ਅੰਕ 'ਚ ਛਪੀ ਹੈ। ਦਲਿਤਾਂ ਦੇ ਹਿੱਤਾਂ ਦੀ ਰਾਖੀ ਲਈ ਭੀਮ ਸੈਨਾ ਨਾਂ ਦੀ ਇੱਕ ਜਥੇਬੰਦੀ ਬਣਾਈ ਗਈ ਹੈ। ਸਹਾਰਨਪੁਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭੀਮ ਸੈਨਾ ਹਿੰਸਾ ਕਰ ਰਹੀ ਹੈ, ਜਦਕਿ ਦਲਿਤਾਂ ਦਾ ਦਾਅਵਾ ਹੈ ਕਿ ਇਹ ਸੈਨਾ ਉਨ੍ਹਾਂ ਦੀ ਰੱਖਿਅਕ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਸ਼ਾਸਨ ਉੱਚ ਜਾਤੀਆਂ ਦੇ ਪੱਖ 'ਚ ਝੁਕਿਆ ਹੋਇਆ ਹੈ ਤੇ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਭੀਮ ਸੈਨਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਦੂਆਂ ਦੇ ਸਵੈ-ਨਿਯੁਕਤ ਰਾਖਿਆਂ ਦੇ ਸਮੂਹਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਪਿਛੋਕੜ 'ਚ ਦਲਿਤ ਭੀਮ ਸੈਨਾ ਨੂੰ ਉਮੀਦ ਦੀ ਕਿਰਨ ਵਜੋਂ ਦੇਖ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਰਾਜ ਵਿੱਚ ਯੋਗੀ ਸਰਕਾਰ ਆਈ ਹੈ, RSS ਅਤੇ ਉਸ ਦੀਆਂ ਸੰਬੰਧਿਤ ਜਥੇਬੰਦੀਆਂ ਆਪਣਾ ਅਸਲੀ ਰੰਗ ਦਿਖਾ ਰਹੀਆਂ ਨੇ। ਇਸ ਲਈ ਉਨ੍ਹਾਂ ਕੋਲ ਬ੍ਰਾਹਮਣਵਾਦੀ ਹਿੰਦੂਵਾਦ ਨੂੰ ਤਿਆਗਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਬ੍ਰਾਹਮਣਵਾਦੀ ਹਿੰਦੂ ਧਰਮ ਹੀ ਸੰਘ ਪਰਿਵਾਰ ਦੀ ਹਿੰਦੂਤਵ ਦੀ ਵਿਚਾਰਧਾਰਾ ਦਾ ਆਧਾਰ ਹੈ। ਹਾਲ ਹੀ 'ਚ 22 ਮਈ 2017 ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਵੱਡੀ ਗਿਣਤੀ 'ਚ ਦਲਿਤ ਆਪਣੇ ਨਾਲ ਹੋ ਰਹੇ ਅਤਿਆਚਾਰਾਂ ਦਾ ਵਿਰੋਧ ਕਰਨ ਲਈ ਪ੍ਰਦਰਸ਼ਨ ਕਰ ਰਹੇ ਨੇ। ਦਲਿਤਾਂ ਦੇ ਮੁੱਦੇ ਤੇ RSS ਹਮੇਸ਼ਾ ਵੱਡੀ ਦੁਚਿੱਤੀ 'ਚ ਰਹੀ ਹੈ।
ਇੱਕ ਪਾਸੇ ਉਹ ਉਹਨਾਂ ਦੀਆਂ ਵੋਟਾਂ ਚਾਹੁੰਦੀ ਹੈ ਤੇ ਦੂਜੇ ਪਾਸੇ ਉਹ ਇਹ ਵੀ ਜਾਣਦੀ ਹੈ ਕਿ ਜੇਕਰ ਉਹ ਦਲਿਤਾਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਕੀਤੀ ਗਈ ਤਾਂ ਸੰਘ ਹਿੰਦੂਤਵ ਰਾਜਨੀਤੀ ਦੇ ਮੂਲ ਸਮਰਥਕ ਜੋ ਉੱਚ ਜਾਤੀਆਂ ਨਾਲ ਸੰਬੰਧਿਤ ਨੇ ਇਸ ਤੋਂ ਦੂਰ ਹੋ ਜਾਣਗੇ। ਇਸ ਸਮੱਸਿਆ ਨਾਲ ਨਜਿੱਠਣ ਲਈ ਆਰਐਸਐਸ ਸੋਸ਼ਲ ਇੰਜੀਨੀਅਰਿੰਗ ਅਤੇ ਸੱਭਿਆਚਾਰਕ ਮੁਹਿੰਮਾਂ ਰਾਹੀਂ ਦਲਿਤਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਸਮਾਜਿਕ ਸਮਰਸਤਾ ਮੰਚਾਂ ਦੀ ਸਥਾਪਨਾ ਕੀਤੀ ਅਤੇ ਨੀਵੀਂ ਜਾਤ ਦੇ ਲੋਕਾਂ ਨਾਲ ਖਾਣਾ ਖਾਣ ਦੇ ਪ੍ਰਯੋਗ ਸ਼ੁਰੂ ਕੀਤੇ। ਇੱਕ ਦੂਜੇ ਪੱਧਰ ਤੇ ਉਹ ਸੱਤਾ ਦਾ ਲਾਲੀਪਾਪ ਫੜਾ ਕੇ ਰਾਮ ਵਿਲਾਸ ਪਾਸਵਾਨ, ਰਾਮਦਾਸ ਅਠਾਵਲੇ ਅਤੇ ਉਦਿਤ ਰਾਜ ਆਦਿ ਦਲਿਤ ਆਗੂਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਵੀ ਆਰਐਸਐਸ ਦੀ ਕੋਸ਼ਿਸ਼ ਹੈ ਕਿ ਦਲਿਤ ਮੁਸਲਮਾਨਾਂ ਦੇ ਹਮਲਿਆਂ ਤੋਂ ਹਿੰਦੂਆਂ ਦੇ ਬਚਾਅ ਕਰਨ ਵਾਲੇ ਸਨ। ਅਜਿਹੀ ਸੱਭਿਆਚਾਰਕ ਹੇਰਾਫੇਰੀ ਹਿੰਦੂ ਰਾਸ਼ਟਰਵਾਦ ਦੇ ਸਿਧਾਂਤਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਪਿਛਲੇ 3 ਸਾਲਾਂ 'ਚ ਦਲਿਤਾਂ ਦੇ ਖਿਲਾਫ ਬੇਈਮਾਨੀ ਅਤੇ ਪੱਖਪਾਤ ਕਈ ਵੱਖ-ਵੱਖ ਤਰੀਕਿਆਂ ਨਾਲ ਸਾਹਮਣੇ ਆਇਆ। ਮਦਰਾਸ 'ਚ ਅੰਬੇਦਕਰ ਪੈਰੀਆਰ ਸਟੱਡੀ ਸਰਕਲ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੈਦਰਾਬਾਦ ਦੀ ਸੈਂਟਰਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੀਆਂ ਦਲਿਤ ਵਿਰੋਧੀ ਨੀਤੀਆਂ ਕਾਰਨ ਰਿਸਰਚ ਸਕਾਲਰ ਰੋਹਿਤ ਵੈਮੁਲਾ ਦਾ ਸੰਸਥਾਗਤ ਕਤਲ ਹੋਇਆ ਸੀ। ਗੁਜਰਾਤ ਦੇ ਊਨਾ 'ਚ ਪਵਿੱਤਰ ਗਾਂ ਦੀ ਰੱਖਿਆ ਦੇ ਨਾਂ ਤੇ ਦਲਿਤਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਅਸਲ 'ਚ ਹਿੰਦੂ ਰਾਸ਼ਟਰਵਾਦ ਦੀ ਰਾਜਨੀਤੀ ਜਾਤ-ਪਾਤ ਤੋਂ ਪੀੜਿਤ ਵਰਗਾਂ ਦੇ ਨਿਸ਼ਾਨੇ ਤੋਂ ਬਿਲਕੁਲ ਉਲਟ ਦਿਸ਼ਾ ਵੱਲ ਲਿਜਾਣ ਵਾਲੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਜਿਕ ਨਿਆਂ ਦੇ ਸਭ ਤੋਂ ਮਹਾਨ ਪੈਰੋਕਾਰਾਂ 'ਚੋਂ ਇੱਕ ਅੰਬੇਦਕਰ ਨੇ ਮਨੂ ਸਮ੍ਰਿਤੀ ਨੂੰ ਜਨਤਕ ਤੌਰ ਤੇ ਸਾੜਿਆ ਸੀ, ਪਰ ਇਸੇ ਮਨੂ ਸਮ੍ਰਿਤੀ ਦੀ ਵਡਿਆਈ MS ਗੋਲਵਾਲਕਰ ਵਰਗੇ ਆਰਐਸਐਸ ਦੇ ਚਿੰਤਕਾਂ ਨੇ ਕੀਤੀ। ਗੋਲਵਾਲਕਰ ਵਰਗੇ ਲੋਕਾਂ ਨੇ ਭਾਰਤੀ ਸੰਵਿਧਾਨ ਦਾ ਇਸ ਆਧਾਰ ਤੇ ਵਿਰੋਧ ਵੀ ਕੀਤਾ ਕਿ ਜਦੋਂ ਸਾਡੇ ਕੋਲ ਪਹਿਲਾਂ ਹੀ ਮਨੂ ਸਮ੍ਰਿਤੀ ਦੇ ਰੂਪ 'ਚ ਸ਼ਾਨਦਾਰ ਸੰਵਿਧਾਨ ਮੌਜੂਦ ਹੈ ਤਾਂ ਫਿਰ ਸਾਨੂੰ ਨਵੇਂ ਸੰਵਿਧਾਨ ਦੀ ਕੀ ਲੋੜ ਹੈ। ਜਿੱਥੇ ਅੰਬੇਦਕਰ ਕਹਿੰਦੇ ਸਨ ਕਿ ਗੀਤਾ ਮਨੂ ਸਮ੍ਰਿਤੀ ਦਾ ਛੋਟਾ ਰੂਪ ਹੈ, ਉੱਥੇ ਹੀ ਮੋਦੀ ਸਰਕਾਰ ਗੀਤਾ ਦਾ ਪ੍ਰਚਾਰ ਕਰਨ 'ਚ ਲੱਗੀ ਹੋਈ ਹੈ। ਹਿੰਦੂ ਰਾਸ਼ਟਰਵਾਦ ਭਾਰਤ ਦਾ ਇੱਕ ਕਾਲਪਨਿਕ ਇਤਿਹਾਸ ਸਿਰਜਣਾ ਚਾਹੁੰਦਾ ਹੈ, ਜਿਸ 'ਚ ਹਿੰਦੂ ਗ੍ਰੰਥਾਂ ਦੀਆਂ ਕਦਰਾਂ ਕੀਮਤਾਂ ਦਾ ਬੋਲਬਾਲਾ ਸੀ। ਉਹ ਵੈਦਿਕ ਯੁੱਗ ਦੀਆਂ ਕਦਰਾਂ ਕੀਮਤਾਂ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ, ਜਿਨ੍ਹਾਂ ਦਾ ਲੋਕਤੰਤਰੀ ਸਮਾਜ ਵਿੱਚ ਕੋਈ ਸਥਾਨ ਨਹੀਂ ਹੋ ਸਕਦਾ। ਹਿੰਦੂ ਧਰਮ ਦੀਆਂ ਕਈ ਹੋਰ ਸੰਪਰਦਾਵਾਂ ਵੀ ਨੇ ਜਿਨ੍ਹਾਂ ਨੂੰ ਸਮੂਹਿਕ ਤੌਰ ਤੇ ਸੁਮਨ ਪਰੰਪਰਾਵਾਂ ਵਜੋਂ ਜਾਣਿਆ ਜਾਂਦਾ ਹੈ। ਇਹ ਪਰੰਪਰਾਵਾਂ ਊਚ-ਨੀਚ ਨੂੰ ਰੱਦ ਕਰਦੀਆਂ ਨੇ, ਪਰ ਹਿੰਦੂ ਧਰਮ ਦੇ ਬ੍ਰਾਹਮਣਵਾਦੀ ਸੰਸਕਰਣ ਨੇ ਇਹਨਾਂ ਪਰੰਪਰਾਵਾਂ ਨੂੰ ਹਾਸ਼ੀਏ ਤੇ ਸੁੱਟ ਦਿੱਤਾ। ਲਗਭਗ 1 ਸਦੀ ਤੱਕ ਬ੍ਰਾਹਮਣਵਾਦ ਹੀ ਮੂਲ ਰੂਪ 'ਚ ਹਿੰਦੂ ਰਾਸ਼ਟਰਵਾਦ ਦਾ ਆਧਾਰ ਬਣਿਆ ਹੋਇਆ ਹੈ। ਜੰਤਰ ਮੰਤਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਇਹ ਦਰਸਾਉਂਦਾ ਹੈ ਕਿ ਹਿੰਦੂ ਧਰਮ ਜ਼ਰੂਰੀ ਤੌਰ ਤੇ ਬਰਾਬਰੀ ਦਾ ਧਰਮ ਹੈ। ਇਹ ਭਰਮ ਪੈਦਾ ਕਰਨ ਦੀ ਆਰਐਸਐਸ ਦੀ ਕੋਸ਼ਿਸ਼ ਸਫਲ ਨਹੀਂ ਹੋਵੇਗੀ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੰਬੇਦਕਰ ਨੂੰ ਆਖਿਰਕਾਰ ਧਰਮ ਦੁਆਰਾ ਜਾਇਜ਼ ਠਹਿਰਾਈ ਗਈ ਜਾਤੀ ਵਿਵਸਥਾ ਤੋਂ ਬਚਣ ਲਈ ਹਿੰਦੂ ਧਰਮ ਤਿਆਗਣਾ ਪਿਆ ਸੀ। ਅੱਜ ਵੀ ਦਲਿਤ ਅਜਿਹਾ ਕਰਨ 'ਚ ਹੀ ਆਪਣੀ ਮੁਕਤੀ ਵੇਖਦੇ ਨੇ। ਨੰਬਰ 2, ਜਾਤ ਦਾ ਖਾਤਮਾ, ਕ੍ਰਾਂਤੀ ਅਤੇ ਜਵਾਬੀ ਕ੍ਰਾਂਤੀ। ਗੁਜਰਾਤ ਦੇ ਊਨਾ 'ਚ ਹੋਏ ਭਿਆਨਕ ਘਟਨਾਕ੍ਰਮ ਤੋਂ ਸਪਸ਼ਟ ਹੈ ਕਿ ਦੇਸ਼ 'ਚ ਦਲਿਤ ਵਿਰੋਧੀ ਮਾਨਸਿਕਤਾ ਅਜੇ ਵੀ ਜਿਉਂਦੀ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਨੇ, ਹਾਲਾਂਕਿ ਪਿਛਲੇ 2 ਸਾਲਾਂ ਦੌਰਾਨ ਇਹਨਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਨੂੰ ਸਮਝਣਾ ਹੋਏਗਾ ਕਿ ਇਸ ਮਾਨਸਿਕਤਾ ਦੇ ਪਿੱਛੇ ਸਿਆਸੀ ਵਿਚਾਰਧਾਰਾ ਹੈ ਜੋ ਜਾਤ-ਪਾਤ ਨੂੰ ਜਾਇਜ਼ ਠਹਿਰਾਉਂਦੀ ਹੈ। ਸਾਨੂੰ ਯਾਦ ਰੱਖਣਾ ਹੋਏਗਾ ਕਿ 2002 'ਚ ਹਰਿਆਣਾ ਦੇ ਝੱਜਰ 'ਚ ਗਊਆਂ ਦੀ ਖੱਲ ਉਤਾਰਨ ਨੂੰ ਲੈ ਕੇ ਹੋਈ ਹਿੰਸਾ ਨੂੰ VHP ਦੇ ਆਚਾਰਿਆ ਗਿਰੀਰਾਜ ਕਿਸ਼ੋਰ ਨੇ ਜਾਇਜ਼ ਠਹਿਰਾਇਆ ਸੀ। ਯੂਰਪ ਦੇ ਬਹੁਤ ਸਾਰੇ ਦੇਸ਼ਾਂ 'ਚ ਜਨਮ ਆਧਾਰਿਤ ਵਰਗ ਅਤੇ ਲਿੰਗਕ ਭੇਦਭਾਵ ਵੀ ਸਨ, ਜਿਨ੍ਹਾਂ ਨੂੰ ਉਦਯੋਗਿਕ ਕ੍ਰਾਂਤੀ ਨੇ ਖਤਮ ਕਰ ਦਿੱਤਾ ਸੀ ਤੇ ਉੱਥੇ ਅਸਲੀ ਲੋਕਤੰਤਰ ਦੀ ਸ਼ੁਰੂਆਤ ਕੀਤੀ ਗਈ ਸੀ। ਭਾਰਤ 'ਚ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਸਾਡੇ ਦੇਸ਼ ਦੇ ਬਸਤੀਵਾਦੀ ਹਾਕਮਾਂ ਨੇ ਅਜਿਹਾ ਹੋਣ ਨਹੀਂ ਦਿੱਤਾ। ਪੱਛਮ ਦੀਆਂ ਉਦਯੋਗਿਕ ਕ੍ਰਾਂਤੀਆਂ ਨੇ ਉੱਥੋਂ ਦੀ ਜਗੀਰੂ ਜਮਾਤ ਦਾ ਅੰਤ ਕਰ ਦਿੱਤਾ। ਇਹ ਜਗੀਰੂ ਜਮਾਤ ਹੀ ਜਨਮ ਆਧਾਰਿਤ ਦਰਜਾਬੰਦੀ ਦੀ ਸਰਪ੍ਰਸਤ ਅਤੇ ਪੈਰੋਕਾਰ ਸੀ। ਭਾਰਤ 'ਚ ਬਸਤੀਵਾਦੀ ਸ਼ਾਸਨ ਨੇ ਦੇਸ਼ ਵਿੱਚ ਉਦਯੋਗੀਕਰਨ ਦੀ ਸ਼ੁਰੂਆਤ ਕੀਤੀ ਤੇ ਆਧੁਨਿਕ ਸਿੱਖਿਆ ਦੀ ਸ਼ੁਰੂਆਤ ਵੀ ਕੀਤੀ, ਪਰ ਇਸ ਤੋਂ ਪੈਦਾ ਹੋਏ ਆਧੁਨਿਕ ਸਮਾਜ ਵਿੱਚ ਜਾਤੀ ਦਰਜਾਬੰਦੀ ਕਾਇਮ ਰਹੀ। ਇਸ ਆਧੁਨਿਕ ਸਮਾਜ ਤੋਂ ਭਾਰਤੀ ਰਾਸ਼ਟਰਵਾਦ ਉੱਭਰਿਆ, ਜਿਸ ਨੇ ਜਾਤ, ਧਰਮ ਅਤੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਸਾਰੇ ਨਾਗਰਿਕਾਂ ਦੀ ਬਰਾਬਰੀ ਦੀ ਵਕਾਲਤ ਕੀਤੀ। ਅੰਗਰੇਜ਼ ਜਿੱਥੇ ਬਸਤੀਵਾਦੀ ਦੌਰ ਦੌਰਾਨ ਦੇਸ਼ ਦਾ ਉਦਯੋਗੀਕਰਨ ਕਰਨਾ ਚਾਹੁੰਦੇ ਸਨ,
ਉੱਥੇ ਉਹ ਜਗੀਰੂ ਸ਼ਕਤੀਆਂ ਨੂੰ ਵੀ ਜਿਉਂਦਾ ਰੱਖਣਾ ਚਾਹੁੰਦੇ ਸਨ। ਜਗੀਰੂ ਤਾਕਤਾਂ ਅਤੇ ਪੁਜਾਰੀ ਜਮਾਤ ਦੇ ਗੱਠਜੋੜ ਨੇ ਧਾਰਮਿਕ ਰਾਸ਼ਟਰਵਾਦ, ਮੁਸਲਿਮ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਨੂੰ ਜਨਮ ਦਿੱਤਾ। ਯੂਰੋਪੀਅਨ ਦੇਸ਼ਾਂ ਦੀਆਂ ਬਸਤੀਆਂ 'ਚ ਉਦਯੋਗੀਕਰਨ ਦੁਆਰਾ ਲਿਆਂਦੀਆਂ ਗਈਆਂ ਤਬਦੀਲੀਆਂ ਦੀ ਰਫ਼ਤਾਰ ਯੂਰੋਪੀਅਨ ਦੇਸ਼ਾਂ ਜਿੰਨੀ ਤੇਜ਼ ਨਹੀਂ ਸੀ। ਜਿੱਥੇ ਮਜ਼ਦੂਰਾਂ ਤੇ ਔਰਤਾਂ ਨੇ ਮਿਲ ਕੇ ਜਗੀਰੂ ਅਤੇ ਪੁਜਾਰੀ ਗੱਠਜੋੜ ਨੂੰ ਜੜੋਂ ਉਖਾੜ ਦਿੱਤਾ। ਬਸਤੀਆਂ 'ਚ ਸਮਾਜ ਦੇ ਧਰਮ ਨਿਰਪੱਖ ਕਰਨ ਦੀ ਪ੍ਰਕਿਰਿਆ ਹੌਲੀ ਰਹੀ ਤੇ ਉਹਨਾਂ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਸਮਾਜ ਦੇ ਕੁਝ ਵਰਗਾਂ ਦੀ ਸਰਪ੍ਰਸਤੀ ਹੇਠ ਇਹਨਾਂ ਦੇਸ਼ਾਂ ਵਿੱਚ ਜਗੀਰੂ ਮਾਨਸਿਕਤਾ ਕਾਇਮ ਰਹੀ। ਉਦਯੋਗਿਕ ਕ੍ਰਾਂਤੀ ਵੀ ਬਸਤੀਆਂ 'ਚ ਸਮਾਜਿਕ ਤਬਦੀਲੀ ਨਹੀਂ ਲਿਆ ਸਕੀ। ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਇੱਥੇ ਜੋਤੀਰਾਓ ਫੂਲੇ ਦੀ ਅਗਵਾਈ 'ਚ ਦਲਿਤਾਂ ਦੀ ਬਰਾਬਰੀ ਦੀ ਪ੍ਰਾਪਤੀ ਦਾ ਸਹਿਜ ਅਤੇ ਲੰਮਾ ਸਫ਼ਰ ਸ਼ੁਰੂ ਹੋਇਆ। ਸਾਵਿਤਰੀ ਬਾਈ ਫੂਲੇ ਨੇ ਔਰਤਾਂ ਦੀ ਬਰਾਬਰੀ ਲਈ ਲੜਾਈ ਸ਼ੁਰੂ ਕੀਤੀ। ਇਹਨਾਂ ਧਾਰਾਵਾਂ ਦਾ ਰੂੜੀਵਾਦੀ ਧਾਰਮਿਕ ਤੱਤਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ। ਇਹਨਾਂ ਤੱਤਾਂ ਨੇ ਬਾਅਦ 'ਚ ਹਿੰਦੂ ਮਹਾਸਭਾ ਤੇ ਮੁਸਲਿਮ ਲੀਗ ਵਰਗੀਆਂ ਸੰਸਥਾਵਾਂ ਦਾ ਅਖਤਿਆਰ ਕਰ ਲਿਆ। ਅੰਬੇਦਕਰ ਨੇ ਭਾਰਤੀ ਰਾਸ਼ਟਰਵਾਦ ਦੀ ਯਾਤਰਾ 'ਚ ਅਹਿਮ ਭੂਮਿਕਾ ਨਿਭਾਈ। ਉਸਨੇ ਕਾਲਾ ਰਾਮ ਮੰਦਿਰ ਅਤੇ ਚਾਵਦਾਰ ਤਲਾਬ ਵਰਗੀਆਂ ਲਹਿਰਾਂ ਚਲਾ ਕੇ ਸਮਾਜਿਕ ਜਮਹੂਰੀਅਤ ਲਿਆਉਣ ਦੀ ਕੋਸ਼ਿਸ਼ ਕੀਤੀ। ਉਸਨੇ ਮਨੂ ਸਮ੍ਰਿਤੀ ਨੂੰ ਸਾੜਨ ਲਈ ਆਪਣਾ ਸਮਰਥਨ ਦੇ ਕੇ ਸਮਾਜਿਕ ਬਰਾਬਰੀ ਲਈ ਆਪਣੀ ਵਚਨਬੱਧਤਾ ਦਿਖਾਈ। ਇਨਕਲਾਬ ਹਮੇਸ਼ਾ ਇੱਕ ਦਿਨ ਜਾਂ ਕੁਝ ਮਹੀਨਿਆਂ 'ਚ ਨਹੀਂ ਆਉਂਦਾ। ਕਈ ਵਾਰ ਇਹ ਕਈ ਪੜਾਵਾਂ 'ਚ ਆਉਂਦਾ ਹੈ ਤੇ ਦਹਾਕਿਆਂ ਤੱਕ ਜਾਰੀ ਰਹਿੰਦਾ ਹੈ। ਇਸ ਅਰਥ ਵਿੱਚ ਜੋਤੀਰਾਓ, ਸਾਵਿਤਰੀ ਬਾਈ, ਅੰਬੇਦਕਰ ਅਤੇ ਪੈਰੀਆਰ ਇਨਕਲਾਬੀ ਸਨ। ਇਹਨਾਂ ਦਾ ਭਾਰਤੀ ਰਾਸ਼ਟਰਵਾਦ ਨੇ ਅਣਮੰਨੇ ਜਿਹੇ ਤਰੀਕੇ ਨਾਲ ਸਮਰਥਨ ਕੀਤਾ ਤੇ ਹਿੰਦੂ ਰਾਸ਼ਟਰਵਾਦ ਨੇ ਖੁੱਲ੍ਹੇਆਮ ਵਿਰੋਧ ਕੀਤਾ। ਗਾਂਧੀ, ਜੋ ਭਾਰਤੀ ਰਾਸ਼ਟਰਵਾਦ ਦਾ ਪ੍ਰਤੀਕ ਸੀ, ਉਸਨੇ ਛੂਤ-ਛਾਤ ਦੀ ਪ੍ਰਥਾ ਦਾ ਸਖਤ ਵਿਰੋਧ ਕੀਤਾ। ਹਾਲਾਂਕਿ ਵਿਧਾਨ ਸਭਾ ਦੀਆਂ ਚੋਣਾਂ 'ਚ ਰਾਖਵੇਂਕਰਨ ਦੇ ਮੁੱਦੇ ਤੇ ਉਹਨਾਂ ਦੀ ਸੋਚ ਤੇ ਸਵਾਲ ਉਠਾਏ ਜਾ ਸਕਦੇ ਨੇ। ਅੰਬੇਦਕਰ ਦੀ ਅਗਵਾਈ 'ਚ ਆਧੁਨਿਕ ਭਾਰਤ ਦੇ ਨਿਰਮਾਤਾ ਨਹਿਰੂ ਨੇ ਇੱਕ ਅਜਿਹੇ ਸੰਵਿਧਾਨ ਦੀ ਸਿਰਜਣਾ ਕਰਾਈ ਜੋ ਨਾ ਸਿਰਫ ਸਭ ਨੂੰ ਬਰਾਬਰੀ ਦਿੰਦਾ ਹੈ, ਸਗੋਂ ਦਲਿਤਾਂ ਦੀ ਬਿਹਤਰੀ ਲਈ ਰਾਖਵੇਂਕਰਨ ਵਰਗੇ ਉਸਾਰੂ ਕਦਮਾਂ ਦੀ ਵੀ ਵਿਵਸਥਾ ਕਰਦਾ ਹੈ। ਹਿੰਦੂ ਕੋਡ ਬਿੱਲ ਅਤੇ ਹੋਰ ਮਾਧਿਅਮਾਂ ਰਾਹੀਂ ਭਾਰਤੀ ਸਮਾਜ ਨੂੰ ਸੁਧਾਰਨ ਦੇ ਨਹਿਰੂ ਦੇ ਯਤਨਾਂ ਨੂੰ ਉਸ ਦੀ ਪਾਰਟੀ ਦੇ ਅੰਦਰਲੇ ਰੂੜੀਵਾਦੀ ਤੱਤਾਂ ਤੇ ਬਾਹਰੋਂ ਹਿੰਦੂ ਰਾਸ਼ਟਰਵਾਦੀਆਂ ਨੇ ਨਾਕਾਮ ਕਰ ਦਿੱਤਾ। ਜੇਕਰ ਦਲਿਤ ਅੱਜ ਵੀ ਦੱਬੇ ਕੁਚਲੇ ਰਹਿੰਦੇ ਤਾਂ ਇਸ ਦਾ ਮੁੱਖ ਕਾਰਨ ਹਿੰਦੂ ਰਾਸ਼ਟਰਵਾਦ ਹੈ, ਜਿਸ ਨੇ ਭਾਰਤੀ ਸੰਵਿਧਾਨ ਦਾ ਵੀ ਵਿਰੋਧ ਕੀਤਾ। ਹਿੰਦੂ ਰਾਸ਼ਟਰਵਾਦੀ ਹਮੇਸ਼ਾ ਰਾਖਵੇਂਕਰਨ ਦਾ ਵਿਰੋਧ ਕਰਦੇ ਰਹੇ ਨੇ। ਉਹਨਾਂ ਦੇ ਵਿਰੋਧ ਕਾਰਨ 1981 'ਚ ਅਹਿਮਦਾਬਾਦ 'ਚ ਦਲਿਤ ਵਿਰੋਧੀ ਦੰਗੇ ਹੋਏ ਤੇ ਫਿਰ 1986 'ਚ ਹੋਰ ਪਛੜੀਆਂ ਸ਼੍ਰੇਣੀਆਂ ਵਿਰੁੱਧ ਹਿੰਸਾ ਹੋਈ। ਹਿੰਦੂ ਰਾਸ਼ਟਰਵਾਦੀ ਭਾਜਪਾ ਨੇ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਬਾਅਦ ਰਾਮ ਮੰਦਿਰ ਦੇ ਮੁੱਦੇ ਤੇ ਦੇਸ਼-ਵਿਆਪੀ ਜਨੂੰਨ ਪੈਦਾ ਕਰ ਦਿੱਤਾ। ਇਹ ਸੱਚ ਹੈ ਕਿ ਦਲਿਤਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਉਹਨਾਂ ਦੇ ਕੀਤੇ ਕੁਕਰਮਾਂ ਦੀ ਸਜ਼ਾ ਸ਼ਾਇਦ ਹੀ ਕਦੇ ਮਿਲੀ ਹੋਵੇ। ਇਸ ਦਾ ਕਾਰਨ ਵੀ ਉਹ ਮਾਨਸਿਕਤਾ ਹੈ ਜਿਸ ਦੀਆਂ ਜੜ੍ਹਾਂ ਹਿੰਦੂਤਵ ਦੀ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਨੇ। ਇਹ ਵਿਚਾਰਧਾਰਾ ਸਿਰਫ ਉਹਨਾਂ ਲੋਕਾਂ ਤੱਕ ਸੀਮਿਤ ਨਹੀਂ ਹੈ ਜੋ ਸਿੱਧੇ ਤੌਰ ਤੇ ਕੰਮ ਕਰ ਰਹੇ ਨੇ। ਇਹਨਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਅਜਿਹੇ ਤੱਤ, ਜਥੇਬੰਦੀਆਂ ਤੇ ਪਾਰਟੀਆਂ ਨੇ ਜਿਨ੍ਹਾਂ ਦੀ ਮਾਨਸਿਕਤਾ ਇਹੋ ਹੀ ਹੈ। ਇਸ ਸਥਿਤੀ ਨੂੰ ਬਦਲਣ ਦੇ ਲਈ ਇੱਕ ਇਨਕਲਾਬ ਦੀ ਲੋੜ ਹੈ, ਪਰ ਇਹ ਇਨਕਲਾਬ ਖੂਨੀ ਇਨਕਲਾਬ ਨਹੀਂ ਹੋਏਗਾ ਤੇ ਨਾ ਹੀ ਰਾਤੋਂ ਰਾਤ ਵਾਪਰੇਗਾ। ਇਹ ਇਨਕਲਾਬ ਸਾਡੇ ਰੋਜ਼ਾਨਾ ਜੀਵਨ 'ਚ ਵਾਪਰੇਗਾ। ਹਿੰਦੂ ਰਾਸ਼ਟਰਵਾਦੀ ਭਾਜਪਾ ਦੀ ਗੋਦ 'ਚ ਜਾ ਬੈਠੇ ਉਦਿਤ ਰਾਜ, ਰਾਮ ਵਿਲਾਸ ਪਾਸਵਾਨ ਅਤੇ ਰਾਮਦਾਸ ਅਠਾਵਲੇ ਵਰਗੇ ਲੋਕ ਇਸ ਇਨਕਲਾਬ ਦੇ ਰਾਹ 'ਚ ਇੱਕ ਬਹੁਤ ਵੱਡੀ ਰੁਕਾਵਟ ਨੇ। ਜਿੱਥੋਂ ਤੱਕ ਸਮਾਜਿਕ ਤਬਦੀਲੀ ਦਾ ਸਵਾਲ ਹੈ, ਹਿੰਦੂ ਰਾਸ਼ਟਰਵਾਦੀ ਵਿਰੋਧੀ ਇਨਕਲਾਬੀ ਤਾਕਤਾਂ ਦੀ ਨੁਮਾਇੰਦਗੀ ਕਰਦੇ ਨੇ। ਭਾਜਪਾ RSS ਦਾ ਸਿਆਸੀ ਵਿੰਗ ਹੈ ਤੇ RSS ਹਿੰਦੂਤਵ ਅਤੇ ਹਿੰਦੂ ਰਾਸ਼ਟਰਵਾਦ ਰਾਹੀਂ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਇੱਥੋਂ ਤੱਕ ਕਿ ਭਾਜਪਾ ਦਾ ਸਾਥ ਦੇਣ ਵਾਲੇ ਅਖੌਤੀ ਦਲਿਤ ਆਗੂ ਵੀ ਜਾਤੀ ਸਮਾਨਤਾ ਦੇ ਰਾਹ 'ਚ ਰੋੜਾ ਨੇ। ਇਹਨਾਂ ਅਖੌਤੀ ਦਲਿਤ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਉਹਨਾਂ ਕਦਰਾਂ ਕੀਮਤਾਂ ਦੇ ਬੀਜ ਬੋ ਰਹੀ ਹੈ ਜੋ ਰਾਸ਼ਟਰੀ ਪੱਧਰ ਦੀਆਂ ਅਹਿਮ ਸੰਸਥਾਵਾਂ 'ਚ ਦਲਿਤ ਵਿਰੋਧੀ ਮਾਨਸਿਕਤਾ ਉਤਸ਼ਾਹਿਤ ਹੋਏਗੀ। ਉਦਾਹਰਨ ਵਜੋਂ ਭਾਜਪਾ ਦੇ ਸੁਦਰਸ਼ਨ ਰਾਓ ਨਾਮ ਦੇ ਇੱਕ ਸੱਜਣ ਨੂੰ ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ ਦਾ ਮੁਖੀ ਨਿਯੁਕਤ ਕੀਤਾ ਗਿਆ। ਰਾਓ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਜਾਤ ਪ੍ਰਣਾਲੀ ਤੋਂ ਕੋਈ ਸਮੱਸਿਆ ਨਹੀਂ ਹੈ ਤੇ ਨਾ ਹੀ ਕਿਸੇ ਨੇ ਇਸ ਪ੍ਰਣਾਲੀ ਦੇ ਖਿਲਾਫ ਸ਼ਿਕਾਇਤ ਕੀਤੀ ਹੈ। RSS ਭਾਜਪਾ ਦੀ ਮਾਂ ਮੰਨਦੀ ਹੈ ਕਿ ਭਾਰਤ ਵਿੱਚ ਸਾਰੀਆਂ ਜਾਤਾਂ ਬਰਾਬਰ ਸਨ
ਤੇ ਸਮੱਸਿਆ ਮੁਸਲਮਾਨਾਂ ਦੇ ਹਮਲੇ ਨਾਲ ਸ਼ੁਰੂ ਹੋਈ ਸੀ। ਇਹ ਸਾਰੇ ਝੂਠੇ ਬਿਆਨ ਤੇ ਬੇਬੁਨਿਆਦ ਦਲੀਲਾਂ ਸਮਾਜ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਹੈ ਤਾਂ ਜੋ ਜਾਤ-ਪਾਤ ਕਾਇਮ ਰਹੇ ਤੇ ਦਲਿਤਾਂ ਨੂੰ ਨੀਚ ਵਜੋਂ ਦੇਖਿਆ ਜਾਵੇ। ਇਸੇ ਕਾਰਨ ਰੋਹਿਤ ਵੈਮੁਲਾ ਨੂੰ ਖੁਦਕੁਸ਼ੀ ਕਰਨੀ ਪਈ ਤੇ ਉਹਨਾਂ ਵਰਗੀਆਂ ਦਿਲ ਦਹਿਲਾ ਦੇਣ ਵਰਗੀਆਂ ਘਟਨਾਵਾਂ ਵਾਪਰੀਆਂ। ਜੇਕਰ ਭਾਰਤੀ ਰਾਸ਼ਟਰਵਾਦੀ ਲਹਿਰ ਇੱਕ ਇਨਕਲਾਬ ਸੀ ਤਾਂ ਅੱਜ ਦੀ ਹਿੰਦੂ ਰਾਸ਼ਟਰਵਾਦ ਦੀ ਰਾਜਨੀਤੀ ਮੌਕਾਪ੍ਰਸਤ ਦਲਿਤ ਆਗੂਆਂ ਦੀ ਪੂਰੀ ਹਿਮਾਇਤ ਨਾਲ ਵਿਰੋਧੀ ਇਨਕਲਾਬ ਹੈ। ਅਸੀਂ ਸਿਰਫ ਇਹ ਉਮੀਦ ਕਰ ਸਕਦੇ ਹਾਂ ਕਿ ਦਲਿਤ ਤੇ ਗੈਰ ਦਲਿਤ ਨੌਜਵਾਨ ਰੋਹਿਤ ਵੈਮੁਲਾ ਤੇ ਉਹਨਾਂ ਵਰਗੀਆਂ ਘਟਨਾਵਾਂ ਖਿਲਾਫ ਉੱਠਣਗੇ ਤੇ ਮੌਕਾਪ੍ਰਸਤ ਤੱਤਾਂ ਨੂੰ ਦਰਕਿਨਾਰ ਕਰਦੇ ਹੋਏ ਜਾਤ-ਪਾਤ ਦੇ ਖਾਤਮੇ ਵੱਲ ਤੇਜ਼ੀ ਨਾਲ ਕਦਮ ਵਧਾਉਣਗੇ।